ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਆਪਾਂ ਆਏ ਹਾਂ ਜੀ ਗੁਰਦੁਆਰਾ ਸਾਹਿਬ, ਗੁਰਦੁਆਰਾ ਅੰਤਰਜਾਮ ਤੋਂ ਵਿਖੇ ਜੀ। ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਅੰਤਰਜਾਮ ਤੋਂ ਸੁਲਤਾਨਪੁਰ ਲੋਧੀ ਦੇ। ਇੱਥੋਂ ਦਾ ਬਰੀਫਲੀ ਇਤਿਹਾਸ ਇਹ ਹੈ ਜੀ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਨਮਾਜ਼ ਪੜ੍ਹੀ ਸੀ। ਨਮਾਜ਼ ਪੜ੍ਹਨ ਆਏ ਸੀ ਉਹਨਾਂ ਦੇ ਨਾਲ। ਉਹਨਾਂ ਨੇ ਗੁਰੂ ਨਾਨਕ ਸਾਹਿਬ ਕੋਲ ਦਰੇਗ ਕੀਤਾ ਸੀ ਕਿ ਅਗਰ ਤੁਸੀਂ ਇਕੱਲੇ ਹਿੰਦੂਆਂ ਦੇ ਪੀਰ ਨਹੀਂ, ਇਕੱਲੇ ਹਿੰਦੂਆਂ ਦੇ ਗੁਰੂ ਨਹੀਂ, ਸਾਡੇ ਵੀ ਪੀਰ ਹੋ, ਸਾਡੇ ਵੀ ਗੁਰੂ ਹੋ ਮੁਸਲਮਾਨਾਂ ਨੇ, ਤਾਂ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰੋ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਨੂੰ ਮੰਨਦੇ ਹੋਏ ਨਮਾਜ਼ ਅਦਾ ਕਰਨੀ ਦੀ ਗੁਜ਼ਾਰਿਸ਼ ਉਹਨਾਂ ਦੀ ਕਬੂਲ ਕੀਤੀ ਜੀ ਇੱਥੇ। ਔਰ ਇੱਥੇ ਆ ਕੇ ਕਹਿੰਦੇ ਆ ਕਿ ਇੱਕ ਨਵਾਬ ਸੀ ਔਰ ਇੱਕ ਕਾਜ਼ੀ ਸੀ, ਉਹਨਾਂ ਦੇ ਨਾਲ ਜਦੋਂ ਨਮਾਜ਼ ਪੜ੍ਹਨ ਆਏ, ਉਹ ਨਮਾਜ਼ ਪੜ੍ਹਨ ਲੱਗੇ। ਗੁਰੂ ਨਾਨਕ ਸਾਹਿਬ ਨੇ ਤਾਂ ਉਹਨਾਂ ਨੂੰ ਗਿਆਨ ਕਰਨਾ ਸੀ ਕਿ ਨਮਾਜ਼ ਪੜ੍ਹਨ ਦਾ ਅਸਲ ਮਤਲਬ ਕੀ ਹੈ, ਨਮਾਜ਼ ਪੜ੍ਹਨਾ ਕਿਸ ਨੂੰ ਕਿਹਾ ਜਾਂਦਾ ਜੀ। ਅਤੇ ਉਹ ਤਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਨਮਾਜ਼ ਅਦਾ ਕਰਨ ਦੀ ਗੱਲ ਹੋਈ, ਉਹ ਆ ਕੇ ਨਮਾਜ਼ ਪੜ੍ਹਨ ਲੱਗੇ ਤਾਂ ਗੁਰੂ ਨਾਨਕ ਸਾਹਿਬ ਚੁੱਪ ਕਰਕੇ ਖੜ੍ਹੇ ਰਹੇ। ਉਹ ਜਦੋਂ ਗੁਰੂ ਨਾਨਕ ਸਾਹਿਬ ਚੁੱਪ ਕਰਕੇ ਖੜ੍ਹੇ ਰਹੇ ਤਾਂ ਨਮਾਜ਼ ਪੜ੍ਹਨ ਤੋਂ ਬਾਅਦ ਕਾਜ਼ੀ ਨੇ ਪੁੱਛਿਆ ਕਿ ਤੁਸੀਂ, ਨਵਾਬ ਨੇ ਪੁੱਛਿਆ ਸ਼ਾਇਦ, ਜਾਂ ਕਾਜ਼ੀ ਨੇ, ਉਹਨਾਂ 'ਚੋਂ ਇੱਕ ਨੇ ਪੁੱਛਿਆ ਕਿ ਤੁਸੀਂ ਬਈ ਨਮਾਜ਼ ਕਿਉਂ ਨਹੀਂ ਪੜ੍ਹੀ? ਤੁਸੀਂ ਤਾਂ ਕਹਿੰਦੇ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਅਤੇ ਕਿਉਂ ਨਮਾਜ਼ ਪੜ੍ਹਨ ਦੇ ਵੇਲੇ ਉਹ ਸਜਦਾ ਕਰਦੇ ਨੇ, ਕਈ ਕੁਛ ਕਰਦੇ ਨੇ ਜੀ, ਉਹਨਾਂ ਦੇ ਕਈ ਐਕਸ਼ਨ ਨੇ ਉਹਦੇ ਵਿੱਚ, ਉਹ ਕਈ ਕੁਛ ਕਰਦੇ ਨੇ। ਉਹ ਤਾਂ ਕਰਕੇ ਗੁਰੂ ਨਾਨਕ ਸਾਹਿਬ ਖੜ੍ਹੇ ਰਹੇ। ਉਹ ਕਹਿੰਦੇ ਜੀ ਕਿਹਦੇ ਨਾਲ ਨਮਾਜ਼ ਪੜ੍ਹਦਾ? ਉਹ ਕਹਿੰਦੇ ਜੀ ਨਵਾਬ ਸਾਹਿਬ ਨਾਲ। ਉਹ ਕਹਿੰਦੇ ਜੀ ਨਵਾਬ ਸਾਹਿਬ ਤਾਂ ਗਏ ਹੋਏ ਸੀਗੇ ਕਾਬਲ ਘੋੜੇ ਖਰੀਦਣ। ਫਿਰ ਨਵਾਬ ਸਾਹਿਬ ਦਾ ਜਿਹੜਾ ਖਿਆਲ ਸੀ, ਜਿਹੜਾ ਉਹਨਾਂ ਦਾ ਦਿਮਾਗ ਸੀ, ਉਹ ਚੱਲ ਰਿਹਾ ਸੀ ਉਦੋਂ ਘੋੜਿਆਂ ਦੀ, ਉੱਥੇ ਕੋਈ ਮੇਲਾ ਚੱਲ ਰਿਹਾ ਜਾਂ ਉੱਥੋਂ ਘੋੜਿਆਂ ਦੇ, ਕਾਬਲ ਦੇ ਘੋੜੇ ਬਹੁਤ ਵਧੀਆ ਮੰਨੇ ਜਾਂਦੇ ਸੀ, ਅਤੇ ਉਹ ਘੋੜਿਆਂ ਬਾਰੇ ਸੋਚ ਰਹੇ ਸੀ ਕਿ ਉੱਥੋਂ ਘੋੜੇ ਖਰੀਦ ਕੇ ਲਿਆਂਦੇ ਜਾਣ ਆਪਣੇ ਵਾਸਤੇ। ਤਾਂ ਇਸ ਤਰ੍ਹਾਂ ਕਰਕੇ ਉਹਨਾਂ ਦਾ ਦਿਮਾਗ ਤਾਂ ਉੱਧਰ ਚੱਲ ਰਿਹਾ ਸੀ। ਨਵਾਬ ਸਾਹਿਬ ਬੜੇ ਠਿੱਠ ਜਿਹੇ ਹੋਏ, ਕਹਿੰਦੇ ਵੀ ਠੀਕ ਹੈ, ਚਲੋ ਮੈਂ ਤਾਂ ਕਹਿੰਦੇ ਕਾਬਲ ਘੋੜੇ ਖਰੀਦਣ ਗਿਆ, ਤੁਸੀਂ ਕਾਜ਼ੀ ਸਾਹਿਬ ਨਾਲ ਨਮਾਜ਼ ਪੜ੍ਹ ਲੈਂਦੇ। ਉਹ ਕਹਿੰਦੇ ਜੀ ਕਾਜ਼ੀ ਸਾਹਿਬ ਨਾਲ ਮੈਂ ਨਮਾਜ਼ ਕਿਵੇਂ ਪੜ੍ਹਦਾ? ਕਾਜ਼ੀ ਸਾਹਿਬ ਦੀ ਜਿਹੜੀ ਘੋੜੀ ਸੀ ਉਹ ਘਰੇ ਸੂਣ ਵਾਲੀ ਆ, ਉਹ ਖੂਹੀ ਦੇ ਨੇੜੇ ਬੰਝੀ ਹੋਈ ਹੈ, ਅਤੇ ਕਾਜ਼ੀ ਸਾਹਿਬ ਨੂੰ ਇਹ ਚਿੰਤਾ ਸੀ ਕਿ ਮੇਰੀ ਘੋੜੀ ਸੂਗੀ, ਉਹ ਜਿਹੜੀ ਵਛੇਰੀ ਆ, ਉਹਦਾ ਜਿਹੜਾ ਬੱਚਾ ਹੋਊਗਾ ਉਹ ਕਿਤੇ ਖੂਹੀ 'ਚ ਨਾ ਡਿੱਗ ਪਵੇ। ਇਹ ਜਦੋਂ ਉਹਨਾਂ ਨੂੰ ਗੱਲਾਂ ਦੱਸੀਆਂ ਤਾਂ ਕਾਜ਼ੀ ਸਾਹਿਬ ਬੜੇ ਠਿੱਠ ਹੋਏ। ਕਹਿਣ ਦਾ ਭਾਵ ਉਹਨਾਂ ਦਾ ਇਹ ਸੀ ਕਿ ਨਮਾਜ਼ ਪੜ੍ਹਦੇ ਹੋਏ ਜੇ ਆਪਣੀ ਬਿਰਤੀ ਜਾਂ ਕੋਈ ਵੀ ਕਥਾ ਕੀਰਤਨ ਸੁਣਦੇ ਹੋਏ ਜੇ ਆਪਣੀ ਬਿਰਤੀ ਕਿਤੇ ਹੋਰ ਤੁਰੀ ਫਿਰਦੀ ਹੈ ਤਾਂ ਉਹ ਨਿਫਲ ਹੈ। ਭਾਵ ਕਹਿਣ ਦਾ ਇਹ ਹੈ ਕਿ ਅਗਰ ਪੜ੍ਹੀ ਹੋਈ ਬਾਣੀ ਦਾ, ਪੜ੍ਹੇ ਹੋਏ ਕਿਸੇ ਮੰਤਰ ਦਾ, ਪੜ੍ਹੇ ਹੋਏ ਕਿਸੇ ਵੀ ਨਮਾਜ਼ ਦਾ ਤੁਹਾਡੇ ਮਨ ਉੱਪਰ ਅਸਰ ਨਹੀਂ ਹੁੰਦਾ। ਕਿਉਂ ਅਸਰ ਤਾਂ ਹੀ ਹੋਏਗਾ ਜੇ ਤੁਸੀਂ ਉਸ ਨੂੰ ਪੜ੍ਹ ਕੇ ਵਿਚਾਰਦੇ ਹੋ। ਭਾਵ ਗੁਰੂ ਨਾਨਕ ਸਾਹਿਬ ਦਾ ਇਹੀ ਸੀਗਾ ਕਿ ਤੁਸੀਂ ਨਮਾਜ਼ ਭਾਈ ਕਿਵੇਂ ਪੜ੍ਹੀ ਹੈ, ਤੁਸੀਂ ਤਾਂ ਕਿਤੇ ਹੋਰ ਹੀ ਤੁਰੇ ਫਿਰਦੇ ਸੀ। ਇਹ ਉਹ ਗੁਰਦੁਆਰਾ ਸਾਹਿਬ ਹੈ ਜੀ, ਇਹਦੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ। ਅਤੇ ਬਾਕੀ ਇੱਧਰੋਂ ਵੀ ਥੋੜ੍ਹਾ ਜਿਹਾ ਮੈਂ ਬਰੀਫਲੀ ਤੁਹਾਨੂੰ ਦਿਖਾਉਣਾ ਕਿ ਆਹ ਬੈਕ ਸਾਈਡ ਗੁਰਦੁਆਰੇ ਤੋਂ ਮੈਂ ਐਂਟਰ ਹੋਇਆ। ਇੱਧਰ ਜਿਹੜਾ ਇੱਥੇ ਦਾ ਬੱਸ ਸਟੈਂਡ ਆ, ਬੱਸ ਸਟੈਂਡ ਵਾਲੀ ਸਾਈਡ ਤੋਂ ਮੈਂ ਐਂਟਰ ਹੋਇਆ ਜੀ। ਅਤੇ ਇੱਥੇ ਸਾਈਕਲ ਖੜ੍ਹਾ ਦਿੱਤਾ, ਆਹ ਤੁਸੀਂ ਦੇਖ ਸਕਦੇ ਹੋ ਜੀ। ਆਪਾਂ ਸਾਈਕਲ ਇੱਥੇ ਖੜ੍ਹਾ ਦਿੱਤਾ ਅਤੇ ਇੱਥੇ ਹੀ ਆਪਾਂ ਐਂਟਰ ਹੋ ਕੇ, ਅਤੇ ਇਹ ਬੈਕ ਸਾਈਡ ਦਾ ਗੁਰਦੁਆਰਾ ਸਾਹਿਬ ਆ। ਇਹ ਗੁਰਦੁਆਰਾ ਸਾਹਿਬ ਬੈਕ ਸਾਈਡ 'ਤੇ ਇਹਨਾਂ ਦੇ ਰਿਹਾਇਸ਼ ਵਾਸਤੇ ਕਮਰੇ ਜਿਹੜੇ ਸੰਗਤ ਹੈ ਇੱਥੇ ਉਹਦੇ ਬਣੇ ਹੋਏ ਨੇ ਸਾਰੇ। ਹੁਣ ਆਪਾਂ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜੀ। ਅਤੇ ਗੁਰਦੁਆਰਾ ਬੈਕ ਸਾਈਡ ਤੋਂ ਇੱਧਰ ਦੀ ਆਪਾਂ ਐਂਟਰੀ ਹੋ ਕੇ, ਇਹ ਸਾਰੇ ਰਿਹਾਇਸ਼ੀ ਕਮਰੇ ਨੇ ਜੀ ਆਲੇ ਦੁਆਲੇ ਬਣੇ ਹੋਏ। ਇੱਥੋਂ ਆਪਾਂ ਐਂਟਰ ਹੋ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਾਂਗੇ ਜੀ। ਅੰਦਰ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਜੀ ਕਿ ਇਸ ਜਗ੍ਹਾ ਦੇ ਉੱਪਰ, ਇਹ ਗੁਰਦੁਆਰਾ ਬਹੁਤਾ ਪੁਰਾਣਾ ਨਹੀਂ ਬਣਿਆ ਹੋਇਆ, ਇਸ ਜਗ੍ਹਾ ਦੇ ਉੱਪਰ ਅਸੀਂ ਮੱਥਾ ਟੇਕਣ ਆਉਂਦੇ ਰਹੇ ਹਾਂ। ਪਹਿਲਾਂ ਜਿਹੜਾ ਗੁਰਦੁਆਰਾ ਬਣਾਇਆ ਸੀ ਉਹ ਇੱਥੇ ਦੀ ਮਸਜਿਦ ਦੇ ਅੰਦਰ ਹੀ ਬਣਿਆ ਹੋਇਆ ਸੀ। ਇਹ ਜੀ ਗੁਰਦੁਆਰਾ ਸਾਹਿਬ ਦਾ ਇਹ ਛੋਟਾ ਪਾਰਕ ਹੈ ਇੱਥੇ ਅੰਦਰ ਬਣਿਆ ਹੋਇਆ।
उधर भी वो कमरे बने हुए आ रहायश वास्ते। तो इधरों एंट्री है जी, जोड़ा घर इधर है जी, ਆਪਾਂ ਤਾਂ जोड़े साइकिल के कोल ही लाते। इधरों एंट्री है जी गुरुद्वारा साहब की, ये मेन बाजार वाली साइड आ जाती है जी। इधर तुम देख सकते हो जी गुरुद्वारा साहब की बिल्डिंग सारी। मैं जी गल दस रहा सीगा कि इत्थे पहला 3 गुंबदां वाली मस्जिद होया करती सी। उस मस्जिद दे विच असीं खुद मैं मत्था टेकिया है जी, उतों गुरु ग्रंथ साहब का प्रकाश सी। गुरुद्वारा पहला मस्जिद के अंदर ही हुंदा सी। हुण ये बिल्डिंग बनी थोड़ी देर ही हुई है, चलो 20-30 साल हो गए होने मेरे ख्याल ये बिल्डिंग बनी नूं। बाकी देख लेने जाकर कितने पत्थर लगे है तो। गुरुद्वारा साहब दे एंट्री है जी। गुरुद्वारा साहब का इतिहास और गुरु नानक पातशाह जी काजी नूं ते नवाब नूं नसीहत कर रहे हैं नमाज पढ़ने तो मगरों कि नमाज किवें पढ़नी है चाहिए है। अज का हुक्मनामा जी। शायद धुप पै रही जी, इस करके पूरा नज़र नहीं आ रहा होना। ये पुरानी तस्वीर ने जी कुछ अंदर लगे हुई अंदरों दर्शन करते हैं जी। है जी गुरुद्वारा साहब की बिल्डिंग है जी बाहर वाली अगे तुम दिखा चुके हैं। इधरों सामने गुरु साहब का तुम गुरुद्वारा साहब के दर्शन करो जी। आप अंदर इन्होंने जाके आए ये बिल्डिंग है तो सामने निशान साहब जिस तरह होंगे ही है कि हर गुरुद्वारा साहब के सामने निशान साहब होंगे पूरी उचाई वाला 100 फुट तो उपर होना जी। तो हुण आप चलते हैं जी बस स्टैंड साइड पर। तुम देखो एक तुहानूं होर गल दसूँगा जी, मैं अगले आने वाले ब्लॉग दे विच अपने दिखाऊँगा कि मानता इस गुरुद्वारे नूं अंतरजामता गुरुद्वारा इत्थे कहा जाता जी। एक मस्जिद आ जिहड़ी ना
ਜਿਹੜੀ ਮਸਜਿਦ ਆ ਨਾ ਜੀ, ਉਹ ਇੱਥੇ ਹੈਗੀ ਇੱਕ ਕਿਲੇ ਦੇ ਅੰਦਰ। ਉੱਥੇ ਅੱਜ ਕੱਲ੍ਹ ਥਾਣਾ ਬਣਿਆ ਹੋਇਆ ਜੀ, ਅਤੇ ਥਾਣੇ ਦੇ ਅੰਦਰ ਨਵਾਬ ਦਾ ਹੈਗਾ, ਜਿਹਨੂੰ ਆਪਾਂ ਕਹਿ ਦਿੰਦੇ ਦਰਬਾਰ ਹਾਲ ਬਣਿਆ ਹੋਇਆ ਛੋਟਾ ਜਿਹਾ, ਅਤੇ ਨਾਲ ਉਹਦੇ ਮਸਜਿਦ ਹੈ ਇੱਕ। ਕੁਛ ਲੋਕਾਂ ਦਾ ਇਹ ਵੀ ਮੰਨਣਾ ਕਿ ਨਮਾਜ਼ ਸ਼ਾਇਦ ਉੱਥੇ ਪੜ੍ਹੀ ਗਈ ਸੀ। ਉਹ ਹਲੇ ਉਸੇ ਤਰ੍ਹਾਂ ਹੀ 3 ਗੁੰਮਤਾਂ ਵਾਲੀ ਨਮਾਜ਼ ਹੀ ਹੈ ਜੀ, ਅਤੇ ਉੱਥੇ ਪੁਰਾਣੀ ਇੱਟ ਦਾ ਹੀ ਉਹ ਬਣਿਆ ਹੋਇਆ ਜਿਹੜਾ ਉਹ ਹੈਗਾ। ਉਹਦੀ ਸਾਂਭ ਸੰਭਾਲ ਵੀ ਇੱਕ ਸੰਸਥਾ ਕਰਦੀ ਹੈ ਜੀ, ਅਨਾਹਦ ਜਾਂ ਅਨਾਦ ਫਾਊਂਡੇਸ਼ਨ ਹੈ ਕੋਈ, ਭਾਈ ਬਲਦੀਪ ਸਿੰਘ ਉਹਨਾਂ ਦੀ, ਅਤੇ ਉਹਦੀ ਸਾਂਭ ਸੰਭਾਲ ਦਾ ਸ਼ਾਇਦ ਜ਼ਿੰਮੇਵਾਰੀ ਉਹਨਾਂ ਨੇ ਲਈ ਹੋਈ ਹੈ। ਸ਼ਾਇਦ ਮੈਂ ਇਸ ਵਾਸਤੇ ਕਹਿ ਰਿਹਾ ਕਿ ਪਿੱਛੇ ਜੇ ਉਹਨਾਂ ਨੂੰ ਇੱਥੋਂ ਕੱਢ ਦਿੱਤਾ ਗਿਆ ਸੀ ਬਾਹਰ ਥਾਣੇ 'ਚੋਂ, ਅਤੇ ਉਸ ਤੋਂ ਬਾਅਦ ਮੇਰਾ ਕੰਟੈਕਟ ਨਹੀਂ ਹੋ ਸਕਿਆ ਉਹਨਾਂ ਨਾਲ, ਅਤੇ ਪਤਾ ਨਹੀਂ ਹੁਣ ਵੀ ਇੱਥੇ ਨੇ ਕਿ ਉਹ ਗਏ ਹੋਏ ਨੇ ਕਿਤੇ। ਅਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਕਿ ਇੱਥੇ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਖੜ੍ਹੇ ਹਾਂ, ਅਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ 'ਤੇ ਆ ਆਪਣਾ ਸਾਈਕਲ ਹੈ ਜੀ, ਅਤੇ ਇੱਥੇ ਆਪਾਂ ਹੁਣ ਬਾਹਰ ਨਿਕਲਾਂਗੇ, ਤਾਂ ਬਾਹਰ ਨਿਕਲਦੇ ਹੋਏ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਬੱਸ ਸਟੈਂਡ ਆ, ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਖੜ੍ਹੇ ਹਾਂ ਜੀ ਹਲੇ ਬੈਕ ਸਾਈਡ ਤੋਂ, ਅਤੇ ਉਹ ਸਾਹਮਣੇ ਜਿਹੜਾ ਗੇਟ ਦੇ ਵਿੱਚ ਦੀ ਨਜ਼ਰ ਆ ਰਿਹਾ ਜੀ ਬਿਲਡਿੰਗ ਚਿੱਟੀ, ਉਹ ਬੱਸ ਸਟੈਂਡ ਦੀ ਬਿਲਡਿੰਗ ਆ ਜੀ। ਬੱਸ ਸਟੈਂਡ ਦੀ ਬੈਕ ਸਾਈਡ ਆ ਉਹ ਜੀ, ਅਤੇ ਇੱਥੇ ਖੜ੍ਹਾ ਹੀ ਮੈਂ ਅਗਰ ਇਸ ਤਰ੍ਹਾਂ ਘੁੰਮ ਜਾਵਾਂ, ਅਤੇ ਇੱਧਰੋਂ ਐਂਟਰੀ ਹੈ ਜੀ ਗੁਰਦੁਆਰਾ ਸਾਹਿਬ ਦੀ। ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਵੀ ਤੁਹਾਨੂੰ ਦਿਸ ਰਿਹਾ ਹੋਣਾ ਜੀ ਇਹਦੇ ਵਿੱਚ, ਅਤੇ ਹੋ ਸਕਦਾ ਉੱਪਰਲਾ ਗੁੰਬਦ ਵੀ ਦਿਸ ਰਿਹਾ ਹੋਵੇ ਛੋਟਾ ਜਿਹਾ ਥੋੜ੍ਹਾ ਜਿਹਾ ਇਸ ਤਰ੍ਹਾਂ ਜੀ। ਬੱਸ ਸਟੈਂਡ ਦੇ ਕਹਿਣ ਦਾ ਭਾਵ ਕਿ ਬੱਸ ਸਟੈਂਡ ਅਗਰ ਕੋਈ ਆਉਣਾ ਚਾਹੁੰਦਾ ਤਾਂ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ 'ਤੇ ਬੱਸ ਦੇ ਉੱਪਰ ਆ ਕੇ ਵੀ ਤੁਸੀਂ ਗੁਰਦੁਆਰਾ ਸਾਹਿਬ ਬੜੀ ਆਸਾਨੀ ਨਾਲ ਪਹੁੰਚ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ ਜੀ ਇੱਧਰ ਨੂੰ, ਅਤੇ ਇੱਧਰ ਤੁਹਾਨੂੰ ਦਿਖਾਉਂਦੇ ਜੀ ਆ ਬੱਸ ਸਟੈਂਡ। ਬੱਸ ਸਟੈਂਡ ਦੇ ਬੈਕ ਸਾਈਡ ਦੀ ਜੰਗਲਾ ਲੱਗਿਆ ਹੈ ਜੀ, ਬੈਕ ਸਾਈਡ ਦੀ ਰਸਤਾ ਇੱਧਰੋਂ ਬੇਰ ਸਾਹਿਬ ਵੱਲ ਨੂੰ ਚਲੇ ਜਾਂਦਾ ਜੀ। ਉਹ ਜਦੋਂ ਨਿਆਣੇ ਆਏ ਉਦੋਂ ਲੰਘ ਕੇ ਬੱਸ ਸਟੈਂਡ ਦੇ ਅੰਦਰ ਚਲੇ ਗਏ, ਅਤੇ ਇੱਧਰੋਂ ਆ ਸ਼ਹਿਰ ਵੱਲ ਨੂੰ ਚਲੇ ਗਿਆ ਜੀ ਰਸਤਾ, ਅਤੇ ਸ਼ਹਿਰ ਤੋਂ ਲੰਘ ਕੇ ਆ ਕੇ ਇੱਥੋਂ ਬੱਸ ਸਟੈਂਡ ਦੇ ਅੰਦਰ ਲੋਕ ਵੜ ਜਾਂਦੇ ਆ। ਜਿਨ੍ਹਾਂ ਨੇ ਬੱਸ ਸਟੈਂਡ ਦੇ ਅੰਦਰ ਨਹੀਂ ਜਾਣਾ ਉਹ ਬਾਹਰੋਂ ਬਾਹਰ ਭਰੇ ਦੇ ਨਿਕਲ ਜਾਂਦੇ ਆ ਜੀ। ਇਹ ਸੀ ਅੱਜ ਦਾ ਬਲੌਗ ਜੀ। ਅਤੇ ਇਹ ਜਿਹੜਾ ਬੱਸ ਸਟੈਂਡ ਆ ਜੀ, ਚਲੋ ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਤੁਹਾਨੂੰ। ਇਹ ਬੱਸ ਸਟੈਂਡ ਪਹਿਲਾਂ ਸਿਰਫ ਆ ਜਿਹੜਾ ਬਰੋਟਾ ਜੀ, ਬਹੁਤ ਪੁਰਾਣਾ ਬਰੋਟਾ, ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਹਾਂ। ਇਸ ਬਰੋਟੇ ਦੇ ਥੱਲੇ ਹੀ ਤੀਸਰਾ ਬੱਸ ਸਟੈਂਡ ਹੈ ਜੀ ਐਕਚੁਅਲੀ ਇਹ ਸੁਲਤਾਨਪੁਰ ਲੋਧੀ ਦਾ। ਉਹ ਪਹਿਲਾਂ ਇੱਥੇ ਚੌਂਕ ਚੇਲਿਆਂ ਇੱਕ ਕਿਹਾ ਜਾਂਦਾ ਜੀ, ਸ਼ਹਿਰ ਦਾ ਕਹਿ ਲਓ, ਬਹੁਤ ਸੰਘਣਾ ਏਰੀਆ ਉਹ। ਉੱਥੇ ਛੋਟਾ ਜਿਹਾ ਇੱਕ ਜਗ੍ਹਾ ਵਾ, ਉੱਥੇ ਬੱਸ ਸਟੈਂਡ ਹੁੰਦਾ ਸੀ ਕਹਿੰਦੇ। ਉਹ ਤਾਂ ਅਸੀਂ ਨਹੀਂ ਦੇਖਿਆ, ਉਹ ਸਾਡੀ ਹੋਸ਼ ਤੋਂ ਪਹਿਲਾਂ ਦੀ ਗੱਲ ਹੈ। ਦੂਸਰਾ ਜਿਹੜਾ ਜੀ ਤਲਵੰਡੀ ਚੌਧਰੀਆਂ ਅੱਡਾ, ਉਹ ਅਸੀਂ ਦੇਖਿਆ ਹਲਕਾ ਜਿਹਾ, ਬਿਲਕੁਲ ਧੁੰਦਲਾ ਜਿਹਾ ਯਾਦ ਆ ਮੈਨੂੰ ਕਿ ਛੋਟੇ ਹੁੰਦਿਆਂ ਨੂੰ ਦੇਖਿਆ ਉਹ ਉੱਥੇ। ਉਸ ਤੋਂ ਬਾਅਦ ਇੱਥੇ ਬੱਸ ਸਟੈਂਡ ਬਣ ਗਿਆ ਸੀ। ਆ ਬੋਰਡ ਦੇ ਆਲੇ ਦੁਆਲੇ ਜਿਹੜਾ ਚੌਂਤਰਾ ਬਣਿਆ ਹੈ ਜੀ, ਇਹ ਚੌਂਤਰੇ ਦੇ ਆਲੇ ਦੁਆਲੇ ਗੱਡੀਆਂ ਬੱਸਾਂ ਖੜ੍ਹਦੀਆਂ ਹੁੰਦੀਆਂ ਸੀ, ਹੋਰ ਕੁਛ ਨਹੀਂ ਸੀ ਹੁੰਦਾ। ਪਰਲੇ ਪਾਸੇ ਛੋਟਾ ਜਿਹਾ ਇੱਕ ਸ਼ੈੱਡ ਪਿਆ ਹੁੰਦਾ ਸੀਗਾ, ਉਹ ਸ਼ੈੱਡ ਦੇ ਵਿੱਚ ਹੀ ਬੱਸਾਂ, ਉਹ ਕੰਡਕਟਰ ਵਗੈਰਾ ਖੜ੍ਹਦੇ ਹੁੰਦੇ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਟਿਕਟਾਂ ਟੁਕਟਾਂ ਕੱਟਣ ਵਾਲੇ ਹੁੰਦੇ, ਅੱਡਾ ਇੰਚਾਰਜ ਵਗੈਰਾ ਹੁੰਦੇ, ਉਹ ਖੜ੍ਹਦੇ ਹੁੰਦੇ ਸੀ। ਅਤੇ ਉੱਥੋਂ ਹੀ ਇਹ ਹੁਣ 550 ਸਾਲਾ ਜਨਮ ਦਿਹਾੜੇ 'ਤੇ ਇਹ ਬੱਸ ਸਟੈਂਡ ਦਾ ਨਿਰਮਾਣ ਕੀਤਾ ਗਿਆ ਜੀ। ਆਪਾਂ ਜੋ ਲੰਘਣ ਵਾਲੇ ਥਾਂ ਤੋਂ ਲੰਘ ਕੇ ਆ ਗਏ ਅੰਦਰ ਜੀ, ਇੱਥੋਂ ਸਾਈਕਲ ਟਪਾ ਕੇ। ਅਤੇ ਬੱਸ ਸਟੈਂਡ ਬਾਰੇ ਤੁਹਾਨੂੰ ਦੱਸਦਾ ਜੀ, ਸੁਲਤਾਨਪੁਰ ਲੋਧੀ ਦਾ ਬੱਸ ਸਟੈਂਡ। ਇਹ ਬੱਸ ਸਟੈਂਡ 550 ਸਾਲਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪਿੱਛੇ ਆਪਾਂ ਗੁਰਪੁਰਬ ਮਨਾ ਕੇ ਹਟਿਆ ਜੀ, ਉਦੋਂ ਇਹ ਬੱਸ ਸਟੈਂਡ ਦੀ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ। ਹੁਣ ਸੋਹਣਾ ਬਣ ਗਿਆ ਜੀ ਬੱਸ ਸਟੈਂਡ। ਇੱਥੇ ਵਾਸਤੇ
8 ਕਾਊਂਟਰ ਨੇ ਜੀ ਬੱਸਾਂ ਦੇ ਲੱਗਣ ਲਈ। ਇੱਕ ਕਾਊਂਟਰ ਫ੍ਰੀ ਆ ਪਰਲੇ ਪਾਸੇ। 8 ਕਾਊਂਟਰ 8 ਬੱਸਾਂ ਲੱਗ ਜਾਂਦੀਆਂ ਨੇ ਜੀ। ਇਹਨੇ ਬਹੁਤ ਜ਼ਿਆਦਾ ਰੂਟ ਤਾਂ ਇੱਥੇ ਹੁੰਦੇ ਨੇ। ਤੁਹਾਡੇ ਸਾਹਮਣੇ ਹੁਣ ਮਿੰਨੀ ਬੱਸਾਂ 3 ਖੜੀਆਂ ਨੇ ਜੀ, 2 ਵੱਡੀਆਂ ਬੱਸਾਂ ਖੜੀਆਂ ਨੇ ਜੀ ਇੱਧਰ, ਇਹ ਹਲੇ ਲੱਗਣੀਆਂ ਨੇ। ਤੇ ਇਹ ਇੱਥੋਂ ਦਾ ਬੱਸ ਸਟੈਂਡ ਹੈ ਜੀ। ਅੰਤਰਜਾਮ ਤੱਕ ਗੁਰਦੁਆਰੇ ਤੋਂ ਬਿਲਕੁਲ ਪਿੱਛੇ ਜੀ। ਤੇ ਚਲੋ ਜੀ, ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਜੀ। ਤੇ ਜੇ ਤੁਹਾਨੂੰ ਪਸੰਦ ਆਵੇ ਬਲੌਗ ਤੇ ਤੁਸੀਂ ਪਲੀਜ਼ ਸਬਸਕ੍ਰਾਈਬ ਔਰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਧੰਨਵਾਦ ਜੀ, ਰੱਬ ਰਾਖਾ।